ਕੀ ਸੀਗਾ ਲਾਸਟ ਟੌਪਿਕ ਦੇਖਿਓ ਆਪਣਾ ਮਨਿੰਦਰ, ਲਾਸਟ ਟੌਪਿਕ ਕੀ ਸੀ ਆਪਣਾ? ਟੌਪਿਕ ਦਾ ਕਿਆ ਨੇਮ ਸੀਗਾ? ਕਿੱਥੇ ਛੱਡ ਕੇ ਗਏ ਸੀ ਆਪਾਂ? ਮਨਿੰਦਰ ਆਵਾਜ਼ ਆ ਰਹੀ ਹੈ? ਵਿਭੂਤੀ, ਮਨਿੰਦਰ, ਵਿਭੂਤੀ, ਕਿਹੜਾ ਟੌਪਿਕ ਕਿਹੜਾ ਸੀ ਲਾਸਟ ਆਪਣਾ? SHM ਸਿੰਪਲ ਪੈਂਡੂਲਮ ਕਰਨਾ ਸੀ ਹੁਣ ਆਪਾਂ ਅੱਜ। ਕਿਹੜਾ ਕਰਨਾ ਹੈ? ਸਿੰਪਲ ਪੈਂਡੂਲਮ। ਉਹ ਟੈਂਪਰੇਚਰ ਹੀ ਲਿਖਾਉਣਾ, ਉਹ ਪਤਾ ਅੱਗੇ ਮੈਂ ਲਿਖਵਾ ਦੂੰਗਾ, ਅੱਗੇ ਲੈ ਲਾਸਟ ਚ ਡੈਮਡ ਆਸਿਲੇਸ਼ਨ ਨਾਲ। ਇਹਨੂੰ ਕੀ ਹੋ ਗਿਆ ਅੱਜ? चलो भी टॉपिक का नेम की अपना सिंपल पेंडुलम, सिंपल पेंडुलम एज ए SHM। टॉपिक का नेम क्या है? सिंपल पेंडुलम एज ए SHM। सब तो पहले डायग्राम देखो जरा। आई कोई सरफेस है, क्या है? सरफेस। ਆਹ ਆਪਣੇ ਕੋਲ ਇੱਕ ਸਰਫੇਸ ਹੈ ਜਿਹਦੇ ਨਾਲ ਆਪਾਂ ਇੱਕ ਬੋਬ ਨੂੰ ਬੰਨਿਆ ਹੋਇਆ ਹੈ। ਕਿਹਨੂੰ? ਬੋਬ ਨੂੰ। ਆਹ ਪੁਆਇੰਟ ਨੂੰ ਆਪਾਂ ਬੋਲਦੇ ਆ ਪੁਆਇੰਟ ਆਫ ਸਸਪੈਂਸ਼ਨ। ਕਿਆ ਬੋਲਦੇ ਆਪਾਂ? ਪੁਆਇੰਟ ਆਫ ਸਸਪੈਂਸ਼ਨ। ਧਿਆਨ ਨਾਲ ਦੇਖੋ ਡਾਇਗਰਾਮ। ਡਾਇਗਰਾਮ ਦੇ ਵਿੱਚ ਕੀ ਹੈ? ਇੱਕ ਸਰਫੇਸ ਹੈ, ਸਰਫੇਸ ਤੇ ਆਹ ਪੁਆਇੰਟ ਤੇ ਮੈਂ ਬੰਨਿਆ ਹੋਇਆ ਬੋਬ ਨੂੰ, ਠੀਕ ਹੈ। ਬੋਬ ਦਾ ਮਾਸ ਹੈਗਾ m, ਬੋਬ ਦਾ ਮਾਸ ਕਿੰਨਾ ਹੈ? m। जिस पॉइंट ਨਾਲ ਬੰਨਿਆ ਹੋਇਆ ਉਹਨੂੰ ਆਪਾਂ ਬੋਲਦੇ ਆ ਪੁਆਇੰਟ ਆਫ ਸਸਪੈਂਸ਼ਨ। ਕੀ ਬੋਲਦੇ ਆਪਾਂ ਉਸ ਪੁਆਇੰਟ ਨੂੰ? ਪੁਆਇੰਟ ਆਫ ਸਸਪੈਂਸ਼ਨ, ਠੀਕ ਹੈ। ਮੰਨ ਲਓ ਉਰੇ ਬੋਬ ਕੀ ਹੈ? ਰੈਸਟ ਤੇ ਹੈ, ਤੇ ਬੋਬ ਨੂੰ ਥੋੜਾ ਆਪਾਂ ਇੱਧਰ ਨੂੰ ਮੂਵ ਕਰਿਆ, ਠੀਕ ਹੈ। ਲੋ ਵੀ ਮੂਵ ਕਰਿਆ, ਇੱਥੇ ਆ ਗਿਆ ਬੋਬ। ਕਿੰਨੇ ਐਂਗਲ ਕਵਰ ਕੀਤਾ ਉਹਨੇ? ਥੀਟਾ ਐਂਗਲ ਕਵਰ ਕਰਕੇ। ਕਿੰਨਾ ਐਂਗਲ ਕਵਰ ਕਰਕੇ? ਥੀਟਾ। ਧਿਆਨ ਨਾਲ ਦੇਖੋ, ਬੋਬ ਸੀਗਾ, ਠੀਕ ਹੈ, ਉਰੇ ਰੈਸਟ ਸੀਗਾ। जिस पॉइंट ਤੇ ਬੰਨਿਆ ਹੋਇਆ ਉਹਨੂੰ ਪੁਆਇੰਟ ਆਫ ਸਸਪੈਂਸ਼ਨ ਬੋਲਦੇ ਆ। ਮੰਨ ਲਓ ਇਸ ਰੱਸੀ ਦੀ ਜਿਹੜੀ ਲੈਂਥ ਆ ਉਹ L ਹੈ। ਕਿੰਨੀ ਹੈ? L। ਉਰੇ ਵੀ L ਹੀ ਹੋਊਗੀ, ਜਿਹੜੀ ਇਹ ਲੈਂਥ ਆ L ਹੈ। ਹੁਣ ਅੱਗੇ ਦੇਖਿਓ ਧਿਆਨ ਨਾਲ, ਥੱਲੇ ਨੂੰ ਬੋਬ ਨੂੰ ਕਿਹੜੀ ਫੋਰਸ ਲੱਗੂਗੀ? ਕਿਹੜੀ ਲੱਗੂਗੀ ਮਨਿੰਦਰ? ਥੱਲੇ ਨੂੰ ਕਿਹੜੀ ਲੱਗਦੀ ਹੁੰਦੀ ਹੈ? ਵੇਟ ਦੀ, mg। ਰੱਸੀ ਨੂੰ ਉੱਪਰ ਨੂੰ ਕਿਹੜੀ ਲੱਗਦੀ ਹੁੰਦੀ ਹੈ? नॉर्मल रिएक्शन, ਕਿਹੜੀ? टेंशन। ਟੈਂਸ਼ਨ। ਚਲੋ ਵੀ ਇਸ mg ਨੂੰ ਦੋ ਹਿੱਸੇ 'ਚ ਬ੍ਰੇਕ ਕਰ ਲਿਆ ਆਪਾਂ। ਇੱਧਰ ਨੂੰ ਕਿਹੜਾ ਹੋ ਗਿਆ? ਧਿਆਨ ਨਾਲ ਦੱਸਿਓ। ਇੱਧਰ ਨੂੰ ਸਾਈਨ ਕੰਪੋਨੈਂਟ mg sin ਥੀਟਾ, ਠੀਕ ਹੈ। ਇੱਧਰ ਨੂੰ ਕਿਹੜਾ ਕੰਪੋਨੈਂਟ? mg cos ਥੀਟਾ, mg cos ਥੀਟਾ। ਹੁਣ ਧਿਆਨ ਨਾਲ ਦੇਖੋ ਇਸ ਡਾਇਗਰਾਮ ਬਣਾ ਲਓ ਪਹਿਲਾਂ। ਚਲੋ ਡਾਇਗਰਾਮ ਬਣਾਓ ਪਹਿਲਾਂ, ਸਾਰੀ ਡਾਇਗਰਾਮ ਬਣਾਓ ਜਲਦੀ। ਆ ਵੀ ਐਂਗਲ ਥੀਟਾ ਜੇ ਉਹ ਥੀਟਾ ਹੈ। बना ली डायग्राम विभूति? चलो भी ਹੁਣ ਅੱਗੇ ਸੁਣੋ ਧਿਆਨ ਨਾਲ, ਧਿਆਨ ਨਾਲ ਸੁਣਿਓ। ਆ ਚੀਜ਼ ਕੰਪੋਨੈਂਟ 'ਚ ਬ੍ਰੇਕ ਵੀ ਕਰਤਾ। ਉਰੇ ਆਹ ਰੈਸਟ ਕਿਉਂ ਹੈ? ਇਸ ਪੋਜੀਸ਼ਨ 'ਚ ਰੈਸਟ ਤੇ ਕਿਉਂ ਹੈ? ਆ ਵੀ ਦੱਸਣਾ ਆਪਾਂ।
क्यों है? क्योंकि इस पोजीशन ते टेंशन ते mg दोनों एक दूजे ਨੂੰ ਕੀ ਕਰ ਲੈਂਦੇ ਨੇ ਬੈਲੈਂਸ ਕਰ ਲੈਂਦੇ ਨੇ ਕੀ ਕਰ ਲੈਂਦੇ ਨੇ ਬੈਲੈਂਸ ਤਾਂ ਕਰਕੇ ਉਰੇ ਜਿਹੜਾ ਬੌਬ ਹੁੰਦਾ ਰੈਸਟ 'ਚ ਹੁੰਦਾ ਹੈ ਬੌਬ ਕਿਆ ਹੁੰਦਾ ਉਰੇ ਰੈਸਟ 'ਚ ਜੇ ਤੁਹਾਨੂੰ ਕੋਈ ਪੁੱਛ ਲਵੇ ਮੀਨ ਪੋਜੀਸ਼ਨ ਤੇ ਬੌਬ ਰੈਸਟ ਤੇ ਕਿਉਂ ਹੁੰਦਾ ਤਾਂ ਤੁਸੀਂ ਕੀ ਕਹੋਗੇ ਕਿਉਂਕਿ ਉਸ ਪੁਆਇੰਟ ਤੇ ਟੈਂਸ਼ਨ ਤੇ mg ਦੋਨੋਂ ਆਪਸ ਵਿੱਚ ਕੀ ਕਰ ਲੈਣਗੇ ਟੈਂਸ਼ਨ ਤੇ mg ਇੱਕ ਦੂਜੇ ਨੂੰ ਕੀ ਕਰ ਲੈਣਗੇ ਬੈਲੈਂਸ ਕਰ ਲੈਂਦੇ ਨੇ ਠੀਕ ਹੈ ਤਾਂ ਕਰਕੇ ਕੀ ਹੁੰਦਾ ਕਹਿੰਦੇ ਉਰੇ ਰੈਸਟ ਤੇ ਹੁੰਦੀ ਹੈ ਲਿਖਾਂਗੇ ਸਭ ਕੁਝ ਹੁਣ ਅੱਗੇ ਦੇਖੋ ਦੂਸਰੇ ਵਾਲੇ ਪਾਸੇ ਵੀ ਕਿਉਂ ਨਹੀਂ ਹੈਗੀ ਕੀ ਵਿਭੂਤੀ ਦੁਬਾਰਾ ਪੁੱਛ ਦੂਸਰੇ ਵਾਲੇ ਪਾਸੇ ਟੈਂਸ਼ਨ ਔਰ ਐਮਜੀ ਬੈਲੈਂਸ ਨਹੀਂ ਕਰ ਰਹੀ ਪਤਾ ਕਿੱਥੇ ਬੈਲੈਂਸ ਕਰ ਰਹੀ ਹੈ ਉਰੇ mg ਟੈਂਸ਼ਨ ਤੇ mg cos ਥੀਟਾ ਉਹਦਾ ਕੰਪੋਨੈਂਟ ਜਿਹੜਾ ਉਹਨੂੰ ਬੈਲੈਂਸ ਕਰ ਰਿਹਾ ਹੈ mg ਥੋੜੀ ਬੈਲੈਂਸ ਕਰ ਰਹੀ ਹੈ ਉਰੇ ਉਰੇ ਤਾਂ mg ਬੈਲੈਂਸ ਕਰ ਲੂਗਾ ਉਰੇ mg ਥੋੜੀ ਕਰੂਗਾ ਪੂਰਾ ਉਰੇ ਕੰਪੋਨੈਂਟ ਨੇ ਬ੍ਰੇਕ ਕਰ ਲਿਆ ਆਪਾਂ ਉਰੇ ਕੰਪੋਨੈਂਟ ਕਰ ਰਹੇ ਹਾਂ ਉਹਨੂੰ ਬੈਲੈਂਸ ਉਰੇ mg ਉਰੇ ਇੱਕ ਦੂਜੇ ਨੂੰ ਬੈਲੈਂਸ ਕੈਨਸਲ ਕਰ ਲੈਂਦੇ ਆ ਠੀਕ ਹੈ ਇਸ ਕਰਕੇ ਉਰੇ ਕੀ ਹੈ ਬੋਡੀ ਰੈਸਟ ਤੇ ਹੈ ਉਰੇ ਹੁਣ ਧਿਆਨ ਨਾਲ ਦੇਖੋ ਇੱਧਰ ਨੂੰ ਹੁਣ ਇੱਕ ਚੀਜ਼ ਉਹ ਵੀ ਯਾਦ ਰੱਖਣੀ ਹੈ ਕਹਿੰਦੇ ਜਿਹੜਾ ਤੁਸੀਂ ਇਹ ਬੋਡੀ ਨੂੰ ਇੱਧਰ ਨੂੰ ਲੈ ਕੇ ਗਏ ਨਾ ਥੋੜਾ ਜਿਹਾ ਲੈ ਕੇ ਰੱਖਣਾ ਹੈ ਮਤਲਬ ਕਿ ਜਿਹੜੀ ਬੋਡੀ ਨੂੰ ਤੁਸੀਂ ਇੱਥੋਂ ਦੀ ਇੱਥੇ ਲੈ ਕੇ ਗਏ ਆ ਥੋੜਾ ਜਿਹਾ ਲੈ ਕੇ ਜਾਣਾ ਹੈ ਮਤਲਬ ਕੀ ਹੈ ਐਂਪਲੀਟਿਊਡ ਸਮਾਲ ਰੱਖਣਾ ਹੈ ਕਿਆ ਰੱਖਣਾ ਹੈ ਐਂਪਲੀਟਿਊਡ ਸਮਾਲ ਆ ਚੀਜ਼ ਇਹਦੇ ਵਿੱਚ ਯਾਦ ਰੱਖਣੇ ਵਾਲੀ ਹੈ ਜਦੋਂ ਬੋਡੀ ਨੂੰ ਖਿਸਕਾਣਾ ਹੈ ਤਾਂ ਥੋੜਾ ਜਿਹਾ ਖਿਸਕਾਣਾ ਹੈ ਕਿਉਂ ਥੋੜਾ ਜਿਹਾ ਕਿਉਂਕਿ ਐਂਪਲੀਟਿਊਡ ਕਿਆ ਰਹੇ ਸਮਾਲ ਐਂਪਲੀਟਿਊਡ ਸਮਾਲ ਹੋਣ ਨਾਲ ਕੀ ਹੋਊਗਾ ਆ ਬੋਡੀ ਤੁਹਾਨੂੰ ਐਵੇਂ ਜਾਂਦੀ ਨਹੀਂ ਨਜ਼ਰ ਆਊਗੀ ਥੋੜੀ ਜਿਹੀ ਬਸ ਐ ਲੱਗੂਗੀ बॉडी का मोशन क्या रहूगा लीनियर बॉडी का मोशन क्या रहूगा लीनियर रहूगा की रहूगा लीनियर चल बॉडी का मोशन की रहूगा लीनियर रहूगा हुण ध्यान नाल सुनो एक बार दोबारा दसन लगे सारे क्लियर सुन लो पहला एक बॉब है सरफेस नाल बने हुए इस पॉइंट को की बोलते हैं पॉइंट ऑफ सस्पेंशन क्या बोलते हैं आप इस पॉइंट नु पॉइंट ऑफ सस्पेंशन ठीक है बॉडी का मास m है उरे बॉडी क्यों रेस्ट ते है क्योंकि जेड़ा बॉडी का वेट है ते टेंशन एक दूसरे ਨੂੰ ਕੀ ਕਰ ਲੈਂਦੇ ਨੇ बैलेंस कर लेंदे ने क्या कर लेंदे ने बैलेंस ठीक है ਹੁਣ ਕਹਿੰਦੇ ਬॉडी ਨੂੰ ਥੋੜਾ ਜਿਹਾ ਖਿਸਕਾਣਾ ਹੈ ਥੋੜਾ ਜਿਹਾ ਖਿਸਕਾਣ ਦਾ ਮਤਲਬ ਕੀ ਹੈ ਐਂਪਲੀਟਿਊਡ ਥੋੜਾ ਜਿਹਾ ਲੈਣਾ ਹੈ ਹੁਣ ਤੁਸੀਂ ਕਹੋਗੇ ਐਂਪਲੀਟਿਊਡ ਥੋੜਾ ਜਿਹਾ ਕਿਉਂ ਲੈਣਾ ਹੈ क्योंकि एम्पलीट्यूड ता थोड़ा जिहा लेना है कि बॉडी थानू ए लगे कि लीनियर मूव करी है स्ट्रेट लाइन च मूव करी है बॉडी थानू क्या लगे स्ट्रेट लाइन च मूव करी है इस करके बॉडी का एम्पलीट्यूड की रखना स्मॉल मतलब थोड़ा जिहा खिसकाना इधर नू ठीक है एंगल थीटा फिर mg नू दो हिस्से ने ब्रेक कर लिया इधर नू mg cos थीटा आ mg sin थीटा ठीक है उरे तक पता लग गया विभूति मनिंदर लग गया पता सारा उरे तक फिर लिख चलो लिखिए फिर हो दो स्टार्ट सिंपल पेंडुलम इज टिपिकल एग्जांपल ऑफ सिंपल पेंडुलम इज टिपिकल एग्जांपल ऑफ SHM full stop consider a bob of mass m consider a bob of mass m is suspended through the surface ਇਹਨੂੰ ਕੀ ਬੋਲਦੇ ਰੱਸੀ ਨਹੀਂ ਬੋਲਣਾ ਇਹਨੂੰ ਬੋਲਣਾ ਸਟ੍ਰਿੰਗ ਕੀ ਬੋਲਣਾ ਇਸ ਰੱਸੀ ਨਹੀਂ ਕਹਿ ਦੇਣਾ ਇਹਨੂੰ suspended through the surface through the string again let L be the length of string लिख लिया एक लाइन छट के लिखो फिर when string is vertical comma the bob may remains at rest full stop
फुल स्टॉप रहने दो, हो पाओ, कॉमा पाओ, रेस्ट, देन टेंशन ऑफ स्ट्रिंग, then tension of string act, tension of string act upward and weight of body, weight of bob लिख लो, body भी रहने तो, weight of bob acts downward, acts downward, both the forces cancel each other, cancel each other, hence both the forces cancel each other, hence Bob is in the state of, Bob is in the state of horizontal equilibrium, horizontal equilibrium, फिर एक लाइन छट के लिखो, when pendulum bob is pulled, when pendulum bob is pulled a little bit and released, मतलब थोड़ा आगे ਨੂੰ ਛੱਡਣਾ ਉਹਨੂੰ, and released, then bob start oscillating, then bob starts oscillating, full stop. If amplitude of oscillation, if amplitude of oscillation is kept very small, is kept very small, then we assume that, then we assume that Bob perform, then we assume that Bob perform oscillation along, Bob perform oscillation along straight line, we know that, ਹੁਣ ਤੁਹਾਨੂੰ ਤਾਂ ਲੱਗੂਗਾ ਵੀ ਇੱਥੋਂ ਤਾਂ ਬੌਬ ਸਰਕਲ 'ਚ ਘੁੰਮਣਾ ਚਾਹੀਦਾ, ਠੀਕ ਹੈ ਨਾ, ਐਵੇਂ ਸਰਕਲ 'ਚ ਜਾਊਗਾ, we know that Bob moves on a part of, we know that Bob moves on a part of circular path, on a part of circular path, full stop, but for small amplitude, but for small amplitude we can neglect, we can neglect the curvature, curvature ਦਾ ਮਤਲਬ ਕਿਆ ਹੁੰਦਾ, ਸਰਕਲ 'ਚ ਘੁੰਮਦੇ ਹੁੰਦੇ ਨਾ, curvature ਹੁੰਦਾ ਸਾਰਾ curve, we can neglect curvature and assume the path, and assume the path to be straight line, to be straight line, लिख लिया मनिंदर, विभूति, to be straight line, ਦੁਬਾਰਾ ਸੁਣ ਲਓ ਉਰੇ ਤੱਕ, ਮੈਂ ਦੁਬਾਰਾ ਦੱਸਣ ਲੱਗਿਆ ਕਿਉਂਕਿ ਸਿੰਪਲ ਪੈਂਡੂਲਮ ਪੇਪਰ 'ਚ ਆਉਂਦਾ ਹੀ ਹੁੰਦਾ, ਇੱਕ ਸਰਫੇਸ ਲੈ ਲਿਆ ਆਪਾਂ, ਠੀਕ ਹੈ, ਦੇ ਵਿੱਚ ਕਿਉਂ ਨਹੀਂ ਘੁੰਮਿਆ ਉਹ, ਕੀ ਸਰਕਲ ਦੇ ਵਿੱਚ ਕਿਉਂ ਨਹੀਂ ਘੁੰਮਿਆ ਪੂਰਾ, ਉਹ ਤਾਂ ਸਰਕਲ 'ਚ ਆਪਾਂ ਤਾਂ ਹੀ ਤਾਂ ਕਹਿ ਰਹੇ ਹਾਂ, ਸਰਕਲ 'ਚ ਘੁੰਮੂਗਾ ਕਿ ਆਪਾਂ ਨਿਗਲੈਕਟ ਕਰਤਾ ਐਂਪਲੀਟਿਊਡ ਸਮਾਲ ਲੈ ਕੇ, ਠੀਕ ਹੈ, ਤਾਂ ਹੀ ਹੈ ਕਿ ਸਰਕਲ ਦੇ ਵਿੱਚ ਘੁੰਮੂਗਾ, ਸਰਕਲ 'ਚ ਹੀ ਕਹਿੰਦੇ ਜਦ ਤੱਕ ਤੁਸੀਂ ਐਂਪਲੀਟਿਊਡ ਥੋੜਾ ਜਿਹਾ ਲਾਓਗੇ ਜਦ ਤੱਕ ਤਾਂ ਉਹ ਸਿੱਧਾ ਸਟ੍ਰੇਟ ਲਾਈਨ ਹੋਊਗਾ, ਜੇ ਜ਼ਿਆਦਾ ਹੋ ਜਾਊਗਾ ਫਿਰ ਸਰਕਲ 'ਚ ਜਾਊਗਾ, ਇੱਕ ਵਾਰ ਦੁਬਾਰਾ ਦੱਸਣ ਲੱਗਿਆ ਸੁਣ ਲਿਓ, ਐਂਪਲੀਟਿਊਡ ਸਮਾਲ ਰੱਖਿਆ ਉਹਦਾ, ਤਾਂ ਐਂਪਲੀਟਿਊਡ ਸਮਾਲ ਰੱਖਿਆ, ਲੱਗ ਗਿਆ ਪਤਾ ਵੀ ਬੋਤੀ,
ਦੇਖੋ ਇੱਕ ਵਾਰ ਫੇਰ ਦੱਸਣ ਲੱਗਿਆ, ਇੱਕ ਸਰਫੇਸ ਹੈ, ਸਰਫੇਸ ਦੇ ਨਾਲ ਇੱਕ ਸਟ੍ਰਿੰਗ ਆਪਾਂ ਲਟਕਾਈ ਹੋਈ ਹੈ, ਜਿਸ ਪੁਆਇੰਟ ਤੇ ਇਹਨੂੰ ਲਟਕਾਉਂਦੇ ਆ ਇਹਨੂੰ ਆਪਾਂ ਬੋਲਦੇ ਆ ਪੁਆਇੰਟ ਨੂੰ, ਮਤਲਬ ਜਿੱਥੇ ਆਪਾਂ ਜੋੜਿਆ ਹੋਇਆ ਹੈ, ਪੁਆਇੰਟ ਆਫ ਸਸਪੈਂਸ਼ਨ। ਕਿਆ ਬੋਲਦੇ ਆ ਆਪਾਂ? ਪੁਆਇੰਟ ਆਫ ਸਸਪੈਂਸ਼ਨ। ਆ ਮੈਂ ਉਰੇ ਲਿਖਤਾ ਪਹਿਲੇ ਹੀ, ਤੁਸੀਂ ਵੀ ਲਿਖ ਲਿਓ ਡਾਇਗਰਾਮ 'ਚ, ਇਹਨੂੰ ਬੋਲਦੇ ਆ ਆਪਾਂ ਪੁਆਇੰਟ ਆਫ ਸਸਪੈਂਸ਼ਨ। ਹੁਣ ਆ ਬੋਬ ਦਾ ਮਾਸ m ਹੈ, ਉਰੇ ਜਿਹੜਾ ਬੋਬ ਹੈ ਉਰੇ ਰੈਸਟ 'ਚ ਹੈ। ਕਿਉਂ ਰੈਸਟ 'ਚ ਹੈ? ਕਿਉਂਕਿ ਉੱਪਰ ਨੂੰ ਲੱਗਦੀ ਹੈ ਟੈਂਸ਼ਨ, ਥੱਲੇ ਨੂੰ ਲੱਗ ਰਿਹਾ mg ਦੀ ਫੋਰਸ। ਟੈਂਸ਼ਨ ਤੇ mg ਦੋਨੋਂ ਇੱਕ ਦੂਜੇ ਨੂੰ ਕੀ ਕਰ ਜਾਂਦੇ ਆ ਮਨਿੰਦਰ ਵਿਭੂਤੀ ਉਰੇ? ਬੈਲੈਂਸ ਕਰ ਦਿੰਦੇ ਆ। ਕੀ ਕਰ ਦਿੰਦੇ ਆ ਆਪਾਂ? ਬੈਲੈਂਸ। ਤਾਂ ਕਰਕੇ ਇਸ ਪੋਜੀਸ਼ਨ ਤੇ ਬੋਬ ਕਿਆ ਹੈ? ਕਿਆ ਹੈ ਬੋਬ ਵਿਭੂਤੀ ਉਰੇ? ਇਸ ਪੋਜੀਸ਼ਨ ਤੇ ਕਿਆ ਹੈ ਬੋਬ? ਰੈਸਟ ਤੇ ਹੈ। ਚਲੋ ਵੀ ਹੁਣ ਆ ਸਟ੍ਰਿੰਗ ਦੀ ਲੈਂਥ ਨੂੰ ਮੈਂ l ਕਿਹਾ ਹੋਇਆ, ਮੈਂ ਡਾਇਗਰਾਮ 'ਚ ਸ਼ੋਅ ਕੀਤਾ ਹੋਇਆ। ਕਹਿੰਦੇ ਮੰਨ ਲਓ ਥੋੜਾ ਜਿਹਾ ਤੁਸੀਂ ਜਿਹੜਾ ਆਹ ਬੋਬ ਹੈ ਇਹਨੂੰ ਇੱਧਰ ਨੂੰ ਮੂਵ ਕੀਤਾ, ਥੋੜਾ ਜਿਹਾ ਕਰਨਾ ਹੈ, ਥੋੜਾ ਜਿਹਾ ਮੂਵ ਕਰਨਾ ਹੈ, ਮਤਲਬ ਥੋੜਾ ਜਿਹਾ ਐਂਪਲੀਟਿਊਡ। ਹੁਣ ਪੂਰੇ ਕੁਐਸਚਨ ਆ ਪੁੱਟ ਹੁੰਦਾ ਹੈ ਕਿ ਐਂਪਲੀਟਿਊਡ ਜੇ ਥੋੜਾ ਜਿਹਾ ਕਿਉਂ ਰੱਖਿਆ ਹੈ? ਆਪਣਾ ਮਕਸਦ ਕਿਆ ਹੈ ਕਿ ਐਂਪਲੀਟਿਊਡ ਨੂੰ ਥੋੜਾ ਕਿਉਂ ਰੱਖਿਆ ਹੈ? ਤਾਂ ਕਿ ਜਿਹੜਾ ਮੋਸ਼ਨ ਹੈ ਬੋਬ ਦਾ ਉਹ ਸਟ੍ਰੇਟ ਲਾਈਨ ਰਹੇ। ਬੋਡੀ ਬੋਬ ਦਾ ਮੋਸ਼ਨ ਕਿਆ ਰਹੇ? ਸਟ੍ਰੇਟ ਲਾਈਨ। ਆ ਪੇਪਰ ਦੇ ਵਿੱਚ ਇੱਕ ਨੰਬਰ 'ਚ ਕੁਐਸਚਨ ਆ ਸਕਦਾ ਹੈ ਕਿ ਵੀ ਸਿੰਪਲ ਪੈਂਡੂਲਮ ਦੇ ਵਿੱਚ ਤੁਸੀਂ ਬੋਬ ਦਾ ਐਂਪਲੀਟਿਊਡ ਜਿਹੜਾ ਹੁੰਦਾ ਸਮੋਲ ਕਿਉਂ ਰੱਖਦੇ ਹੋ? ਆ ਡਿਸਟੈਂਸ ਸਮੋਲ ਕਿਉਂ ਰੱਖਦੇ ਹੋ? ਕਿਉਂ ਰੱਖਦੇ ਹੋ? ਤਾਂ ਕਿ ਤੁਹਾਡੇ ਕੋਲ ਮੋਸ਼ਨ ਕਿਆ ਰਹੇ? ਸਟ੍ਰੇਟ ਲਾਈਨ ਰਹੇ। मतलब मोशन क्या रहे? लगभग अप्रोक्सीमेटली क्या रहे? स्ट्रेट लाइन। चल गया उरे। फिर मैं mg सीगा, आ mg ਨੂੰ ਦੋ ਹਿੱਸਿਆਂ ਤੋੜ ਲਿਆ। अलोंग एंगल क्या होता है? mg cos कंपोनेंट। इधरले पासे क्या हो गया? mg sin थीटा। ठीक है, लो भी इन्ने के डायग्राम पता लग गई विभूति उरे तक? मनिंदर, गुरकमल, मनिंदर पता लग गई? हाँ जी। चलो भी ਹੁਣ ਇੱਕ ਲਾਈਨ ਛੱਡ ਕੇ ਫੇਰ ਲਿਖਿਆ। ਹੁਣ ਆਪਾਂ ਕੀ ਲਿਖਾਂਗੇ ਬੂਤੀ? ਕਿ ਅੱਗੇ ਮੂਵ ਕਰ ਲਿਆ, cos ਕੰਪੋਨੈਂਟ 'ਚ ਬ੍ਰੇਕ ਹੋ ਗਿਆ ਨਾ। ਹੁਣ ਆ ਲਿਖਣਾ ਆਪਾਂ, ਲਿਖੋ when the string of pendulum makes an angle थीटा विद वर्टिकल। कितना एंगल बनाता पे? थीटा। मेक्स एन एंगल थीटा विद वर्टिकल। सब नु पता है आ वर्टिकल होंदा है, आ हॉरिजॉन्टल होंदा है। आ वर्टिकल, आ हॉरिजॉन्टल। then we can see the component of weight। ਹੁਣ ਧਿਆਨ ਨਾਲ ਦੇਖਿਓ ਸਾਰੇ ਆਣੇ, इस बॉडी ਨੂੰ ਇੱਥੇ ਵਾਪਸ ਕਿਹੜਾ ਕੰਪੋਨੈਂਟ ਲੈ ਕੇ ਆਊਗਾ? ਦੇਖੋ ਜਲਦੀ, बॉडी ਨੂੰ ਪਿੱਛੇ ਖਿੱਚ ਕੇ ਕੌਣ ਲੈ ਕੇ ਆਊਗਾ? ਉਸੇ ਪੋਜੀਸ਼ਨ 'ਤੇ ਦੁਬਾਰਾ। ਵਿਭੂਤੀ, ਮਨਿੰਦਰ, ਗੁਰਕਮਲ, ਕਿਹੜਾ ਕੰਪੋਨੈਂਟ? साइन कंपोनेंट। ਵੈਰੀ ਗੁੱਡ। बॉडी ਨੂੰ ਕਿਹੜਾ ਦੁਬਾਰਾ ਖਿੱਚ ਕੇ ਲੈ ਕੇ ਆਊਗਾ? ਸਾਈਨ ਕੰਪੋਨੈਂਟ ਲੈ ਕੇ ਆਊਗਾ। ਕਿਹੜਾ ਕੰਪੋਨੈਂਟ ਲੈ ਕੇ ਆਊਗਾ? ਸਾਈਨ ਕੰਪੋਨੈਂਟ। ਲਿਖ ਲਓ ਫਿਰ। we can see the component of weight mg sin theta accelerate the bob लिख लिया, accelerate the bob along accelerate the bob back towards its mean position। लिख लिया। ਹੁਣ ਵਿਭੂਤੀ ਅੱਗੇ ਇੱਕ ਆ ਵੀ ਕੁਐਸਚਨ ਹੈ, ਇਹਨੂੰ ਸਰਕਲ 'ਚ ਕਿਹੜਾ ਕੰਪੋਨੈਂਟ ਘੁਮਾਣਗੇ? ਕਿਹੜੇ ਕੰਪੋਨੈਂਟ? ਇੱਧਰ ਨੂੰ ਤਾਂ ਆਹ ਕੰਪੋਨੈਂਟ ਲੈ ਕੇ ਆਊਗਾ, ਇਹਨੂੰ ਸਰਕਲ 'ਚ ਕਿਹੜਾ ਘੁਮਾਊਗਾ? ਸਰਕਲ 'ਚ। ਮਨਿੰਦਰ, ਇਹ ਬੋਡੀ ਨੂੰ ਵਾਪਸ ਤਾਂ ਉਰੇ ਆਹ ਕੰਪੋਨੈਂਟ ਲੈ ਕੇ ਆਊਗਾ mg sin ਥੀਟਾ। ਫਿਰ ਇਸ ਬੋਡੀ ਨੂੰ ਸਰਕਲ 'ਚ ਕੌਣ ਘੁਮਾਊਗਾ? ਦੱਸੋ ਜਲਦੀ। ਵਿਭੂਤੀ, ਗੁਰਕਮਲ, ਮਨਿੰਦਰ, ਇਸ ਬੋਡੀ ਨੂੰ ਸਰਕਲ ਦੇ ਵਿੱਚ ਘੁਮਾਊਗਾ ਕੌਣ? ਫਿਰ mg sin ਥੀਟਾ ਦਾ ਪਿੱਛੇ ਲੈ ਆਊਗਾ, ਫਿਰ ਇਹਨੂੰ ਸਰਕਲ 'ਚ ਕੌਣ ਘੁਮਾਊਗਾ?
mg cos थीटा ते टेंशन दोनों मिलके mg cos थीटा ते टेंशन दोनों मिलके इहनूं किच घुमाणगे सर्कल च, ठीक है। वापस कौन लेके आऊगा mg sin थीटा। मैं उन्हें लिखन लग्या mg sin थीटा तां वापस मोड़ के लिआंदा नूं बैक करदा, ठीक है। टेंशन ते mg sin cos थीटा क्या करदे ने, इस बॉब नूं सर्कल च घुमाणगे, इस बॉब नूं किच घुमाणगे सर्कल च। हुण आही लाइन लिखनी आपां, लिखो हुण अगे नेक्स्ट लिखियो we can easily understand that tension and mg cos theta, tension and mg cos theta are important for circular motion of bob, ਸਰਕੂਲਰ ਮੋਸ਼ਨ ਆਫ ਬੋਬ। ਹੁਣ ਮੈਨੂੰ ਇੱਕ ਆਨਸਰ ਦੇਣਾ ਤੁਸੀਂ, ਮੈਂ ਕਿੰਨੀ ਵਾਰ ਕਰਾ ਚੁੱਕਿਆ। ਜਿਹੜੀ ਫੋਰਸ ਕਿਸੇ ਬੋਡੀ ਨੂੰ ਉਹਦੀ ਮੀਨ ਪੋਜੀਸ਼ਨ ਵੱਲ ਖਿੱਚਦੀ ਹੈ ਉਹ ਕਿਹੜੀ ਫੋਰਸ ਹੁੰਦੀ ਹੈ? ਜਲਦੀ ਦੱਸਿਓ, ਕਿੰਨੀ ਵਾਰ ਕਰਾਇਆ ਮੈਂ ਉਹ? ਕਿਹੜੀ ਫੋਰਸ? ਰੀਸਟੋਰਿੰਗ ਫੋਰਸ। मतलब विभूति mg sin थीटा क्या है यह गुरकमल? मैं पहले भी कराया सी ना कि जेड़ी फोर्स दोबारा ਉਹਨੂੰ ਉਹਦੀ ਪੋਜੀਸ਼ਨ ਤੇ ਖਿੱਚਦੀ ਹੈ ਉਹ ਰੀਸਟੋਰਿੰਗ ਫੋਰਸ ਹੁੰਦੀ ਹੈ। ਇਟ ਮੀਨਸ mg sin थीटा क्या है मनिंदर? रीस्टोरिंग फोर्स। लिखो फिर आवी लाइन हुन लिखो तो अगे mg sin थीटा acts as रीस्टोरिंग फोर्स for horizontal oscillation of bob, horizontal oscillation of bob। लिख लिया? लिख लिया मनिंदर, विभूति, गुरकमल? 4 5 6 कौन नहीं आया आज? 1 2 3 चलो चलो भी ਹੁਣ ਆ ਇੱਕ ਚੀਜ਼ ਹੈ ਡਾਇਗਰਾਮ ਹੋਰ ਕੰਪਲੀਟ ਕਰ ਲਿਓ। ਇੱਥੋਂ ਤੇ ਇੱਥੇ ਗਿਆ ਨਾ ਕਿੰਨਾ ਡਿਸਟੈਂਸ ਕਵਰ ਕੀਤਾ x, ਕਿੰਨਾ ਡਿਸਟੈਂਸ ਕਵਰ ਕੀਤਾ x। ਚਲੋ ਵੀ ਫਿਰ ਮੈਂ ਡਾਇਗਰਾਮ ਰੇਜ਼ ਕਰਨੀ ਹੈ, ਇੱਕ ਵਾਰ ਸਾਰਾ ਦੇਖ ਲਓ। ਸਭ ਕੁਝ ਕੀਤਾ ਹੋਇਆ ਡਰਾ, ਤੁਸੀਂ ਸਭ ਕੁਝ ਡਰਾ ਕੀਤਾ ਹੋਇਆ? ਚਲੋ ਵੀ ਹੁਣ ਮੈਂ ਇਰੇਜ਼ ਕਰਨ ਲੱਗਿਆ। ਹੁਣ ਵਿਭੂਤੀ ਪਿੱਛੇ ਨੂੰ ਕਿਹੜੀ ਫੋਰਸ ਲੈ ਕੇ ਆ ਰਹੀ ਸੀਗੀ? ਕਿਹੜੀ ਫੋਰਸ ਲੈ ਕੇ ਆ ਰਹੀ ਸੀਗੀ? ਰੀਸਟੋਰਿੰਗ ਫੋਰਸ ਕਿਹੜੀ? mg sin थीटा, mg ਹੁਣ ਪਤਾ ਪਿੱਛੇ ਨੂੰ ਫੋਰਸ ਲੈ ਕੇ ਆ ਰਹੀ ਸੀਗੀ mg sin थीटा, ਹੈ ਨਾ। ਫੋਰਸ ਦਾ ਨਿਊਟਨ ਲਾ ਦੇ ਅਕੋਰਡਿੰਗ ਕੀ ਫਾਰਮੂਲਾ ਹੁੰਦਾ ਹੈ? F ma। ਵੈਰੀ ਗੁੱਡ। F ma ਅਕੋਰਡਿੰਗ ਟੂ ਨਿਊਟਨਸ ਲੋ, ਠੀਕ ਹੈ। आप आ कर लियो mg sin थीटा, m कैंसल, a इक्वल टू क्या आ गया? g sin थीटा। देखो आ स्टेप सारे पता लगे की कितना मैं उरे मनिंदर लग गया पता? हुण अगे देखो ਆਪਾਂ ਇੱਕ ਧੱਕਾ ਕਰਦੇ ਹੁੰਦੇ ਸੀਗੇ ਫॉर स्मॉल एंगल्स। जे एंगल बहुत छोटा होवे ना तो sin थीटा इज अप्रोक्सीमेटली इक्वल टू थीटा, sin थीटा इज अप्रोक्सीमेटली इक्वल टू थीटा। फिर उरे की पुट कर दोगे? sin थीटा की जगह थीटा पुट कर दोगे, a इज इक्वल टू g थीटा। देखो आ की लग गई पता? मॉडुलस वाले चैप्टर से ना की यंग मॉडुलस वाले चैप्टर से, हाँ यंग मॉडुलस वाले च भी सीगा। लग गया पता? देखो आ फार्मूला बनया। फिर आप की कहता कि जे एंगल बहुत छोटा होवे तो sin थीटा अप्रोक्सीमेटली किदे इक्वल होता है? थीटा दे। तो sin थीटा की जगह की लिख लिया आप? थीटा लिख लिया। उरे तक स्टेप पता लग गया मनिंदर? मनिंदर लग गया पता? चलो भी
ਤੁਸੀਂ ਜਦੋਂ ਫਰਸਟ ਯੂਨਿਟ ਆਪਾਂ ਮੈਂ ਕਰਵਾਇਆ ਸੀ ਤੁਹਾਨੂੰ ਇੱਕ ਫਾਰਮੂਲਾ ਕਰਾਇਆ ਸੀ ਪਲੇਨ ਐਂਗਲ ਦਾ, ਕਰਵਾਇਆ ਸੀ ਨਾ ਪਲੇਨ ਐਂਗਲ। हाँ जी। ਫਾਰਮੂਲਾ ਕਿਆ ਹੁੰਦਾ ਸੀਗਾ, ਆਰਕ ਅਪੋਨ ਰੇਡੀਅਸ, ਆਰਕ ਅਪੋਨ। हाँ ਤੁਸੀਂ ਹੁਣ ਡਾਇਗਰਾਮ 'ਚ ਦੇਖਿਓ ਆਰਕ ਦਾ, ਆਰਕ ਕੀ ਹੈ ਡਾਇਗਰਾਮ 'ਚ ਦੇਖ ਕੇ ਦੱਸੋ ਆਰਕ ਕਿਆ ਹੈ ਤੇ ਰੇਡੀਅਸ ਕਿਆ ਹੈ ਸਰਕਲ ਦਾ। ਜੇ ਇੱਕ ਸਰਕਲ ਕੰਪਲੀਟ ਕਰੂਗਾ ਤਾਂ ਰੇਡੀਅਸ ਕਿੰਨਾ ਹੋਊਗਾ, ਆਰਕ ਕਿੰਨੀ ਹੋਊਗੀ, ਜਲਦੀ ਦੇਖ ਕੇ ਦੱਸਿਓ। ਡਾਇਗਰਾਮ ਬਣਾ ਲਈ ਨਾ ਮਨਿੰਦਰ, ਵਿਭੂਤੀ, ਗੁਰਕਮਲ, ਤੇ ਉਸ ਡਾਇਗਰਾਮ ਨੂੰ ਦੇਖ ਕੇ ਦੱਸੋ ਆਰਕ ਕਿਆ ਹੋਊਗੀ। ਛੋਟੀ ਜਿਹੀ ਆਰਕ ਹੁੰਦੀ ਹੈ, ਦੇਖੋ ਕੀ ਹੋਊਗੀ, x। ਰੇਡੀਅਸ ਕੀ ਹੋਊਗਾ ਦੇਖੋ, L जी। l, ਮਤਲਬ ਥੀਟਾ ਦੀ ਵੈਲਿਊ ਕੀ ਆ ਗਈ, x ਅਪੋਨ l। ਇੱਥੇ ਪੁੱਟ ਕਰ ਦੋ, ਆਹੀ ਆ ਗਿਆ ਆਨਸਰ ਮਨਿੰਦਰ ਦੇਖ, g x ਅਪੋਨ l। ਵਿਭੂਤੀ ਆਹੀ ਹੋਊਗਾ ਆਨਸਰ। ਹੁਣ ਧਿਆਨ ਨਾਲ ਦੇਖੋ, g ਹੁੰਦਾ ਕਾਂਸਟੈਂਟ, l ਵੀ ਕਾਂਸਟੈਂਟ, ਠੀਕ ਹੈ। ਇੱਥੋਂ ਕੀ ਪਤਾ ਲੱਗਦਾ, ਐਕਸਲਰੇਸ਼ਨ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਡਿਸਪਲੇਸਮੈਂਟ। ਹੁਣ ਯਾਦ ਕਰੋ, ਜਿਸ ਮੋਸ਼ਨ ਦੇ ਵਿੱਚ ਐਕਸਲਰੇਸ਼ਨ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਵੇ ਡਿਸਪਲੇਸਮੈਂਟ ਦੇ, ਉਹ ਕਿਹੜਾ ਮੋਸ਼ਨ ਹੁੰਦਾ ਹੈ। SHM। ਹੋ ਗਿਆ ਪ੍ਰੂਫ, ਹੋ ਗਿਆ ਨਾ ਪ੍ਰੂਫ ਕਿ ਵੀ ਸਿੰਪਲ ਪੈਂਡੂਲਮ ਦਾ ਕਿਹੜਾ ਮੋਸ਼ਨ ਹੈ, SHM ਮੋਸ਼ਨ ਹੈ। ਕਿਹੜਾ ਮੋਸ਼ਨ ਹੈ, SHM। ਹੁਣ ਆ ਸਾਰਾ ਤਾਰੋ ਜਲਦੀ, ਸਮਝ ਲੱਗ ਗਿਆ ਹਮਨਿੰਦਰ ਤੈਨੂੰ, ਵਿਭੂਤੀ, ਗੁਰਕਮਲ। हाँ जी। ਸਾਰਾ ਤਾਰੋ ਜਲਦੀ। ਹੋ ਗਿਆ, ਉਰੇ ਮਾਈਨਸ ਲਿਖ ਲਿਓ ਨਾਲ। ਮਾਈਨਸ ਕਿਉਂ ਲਾਣਾ ਹੈ, ਕਹਿੰਦੇ ਆਪਾਂ ਨੂੰ ਪਤਾ ਹੈ ਐਕਸਲਰੇਸ਼ਨ ਕਿਆ ਹੈ, ਰੀਸਟੋਰਿੰਗ ਹੈ ਨੇਚਰ 'ਚ। ਕਿਹੜਾ ਨੇਚਰ ਹੈ ਇਹਦਾ, ਰੀਸਟੋਰਿੰਗ। ਇਸ ਕਰਕੇ ਆਪਾਂ ਨੈਗੇਟਿਵ ਸਾਈਨ ਨਾਲ ਲਾ ਲੈਂਦੇ ਆ, ਲਿਖ ਲਓ the negative sign indicates the, ब्रैकेट च पाके लिख लो, the negative sign indicates the restoring nature of acceleration, restoring nature of acceleration। हो गया उरे तक, हो गया, restoring nature of, चलो भी हजे खत्म नहीं होया, पूरे तक कर लिया सबने, अगे करिए हूं आजो। एक्सेलरेशन की वैल्यू क्या निकली है, g अपॉन एल एक्स। नंबर 1 दे दिए, माइनस छड़ता मैं पुत, मैग्नीट्यूड लिया, इन मैग्नीट्यूड लिख लूंगे, की कहांगे आप, इन मैग्नीट्यूड। एक्सेलरेशन की यही वैल्यू निकली है ना, देखो इत्थों दी। एक एक्सेलरेशन की होर भी वैल्यू होंदी सीगी, याद करो क्या होंदी सीगी, जल्दी। एक इक्वेशन होंदी सी एक्सेलरेशन की, जल्दी बोलो क्या होंदी सी, ए माइन ओमेगा स्क्वायर माइनस, पूरे माइनस ले लो चाहे मैग्नीट्यूड ना हो बेशक, माइनस ए ओमेगा स्क्वायर, आगे क्या होंदा सीगा, साइन ओमेगा टी प्लस, आही होंदी सी ना इक्वेशन। देखो सारे जाने, विभूति, मनिंदर, आही होंदी सी इक्वेशन। चलो भी x की वैल्यू क्या पुट करते होंदे सी, x की आपां सोच के दस्सियो, a sin ओमेगा t
प्लस फाइव एक्स की आप वैल्यू पुट कर दो ना ए साइन ओमेगा टी प्लस फाइव देखो आही करते थे पुट मनिंदर हाँ जी चलो भी एक स्टेप देखियो मैं इन्होंने दोनों रिलेट करूंगा ए साइन ओमेगा टी प्लस फाइव की जगह मैं एक्स ही लिख दूंगा ए साइन ओमेगा टी प्लस फाइव की जगह लिख दूंगा मैं एक्स मतलब ए की वैल्यू क्या आ गई माइनस ए माइनस ओमेगा स्क्वायर एक्स देखो आ चीज लगी पता मैं किवें लिख रहे हैं ध्यान में समझो दोनों हाँ इक्वेशन जी हाँ जी मैं क्या किया ए साइन ओमेगा टी प्लस फाइव की जगह की लिख लिया एक्स ही लिख लिया तो क्या एक्स की वैल्यू होती है चलो भी हुण करते हैं अगला स्टेप दोनों कंपेयर कर लिए कंपेयरिंग इक्वेशन 1 एंड 2 कंपेयरिंग इक्वेशन 1 एंड 2 कंपेयर करने का मतलब क्या है आ भी ए है आ भी ए है तो इधरले भी बराबर होंगे मतलब आ गया माइनस जी अपॉन एल एक्स इक्वल टू माइनस ओमेगा स्क्वायर एक्स ओमेगा स्क्वायर की वैल्यू कितनी आ गई जी अपॉन एल ओमेगा की वैल्यू क्या आ गई अंडर रूट जी एल अपॉन एल देखो विभूति पूरे तक लग गया पता मनिंदर गुरकमल हाँ जी करो सॉल्व जल्दी ओमेगा की वैल्यू तक कटो जल्दी सारा सॉल्व कर लो जल्दी ओमेगा की वैल्यू तक कर ले तो हो गया ਹੁਣ ਤੁਸੀਂ ਉਰੇ ਟਾਈਮ ਪੀਰੀਅਡ ਕੱਢਣਾ ਹੈ ਸਿੰਪਲ ਪੈਂਡੂਲਮ ਦਾ ਟਾਈਮ ਪੀਰੀਅਡ ਕੱਢਣਾ ਹੈ ਉਹ ਸੌਖਾ ਹੈ ਜੇ ਉਰੇ ਤੱਕ ਕਰ ਲਿਆ ਤਾਂ ਬਹੁਤ ਸੌਖਾ ਹੈ ਕੱਢਣਾ ਦੇਖੋ ਕਿਵੇਂ ਕੱਢਾਂਗੇ ਹੁਣ ਸਿੰਪਲ ਪੈਂਡੂਲਮ ਦਾ ਟਾਈਮ ਪੀਰੀਅਡ ओमेगा ਦਾ ਫਾਰਮੂਲਾ ਕੀ ਹੁੰਦਾ ਸੀਗਾ ਯਾਦ ਕਰੋ ਜਲਦੀ ਜਲਦੀ ओमेगा ਦਾ ਫਾਰਮੂਲਾ ਕੀ ਹੁੰਦਾ ਸੀ 2 पाई अपॉन टी 2 ਪਾਈ ਅਪਨ t ਚਲੋ ਵੀ ओमेगा ਦੀ ਆ ਵੀ ਵੈਲਿਊ ਹੈ ਉਰੇ ਪੁੱਟ ਕਰ ਦਾਂ ओमेगा ਦੀ ਜਗ੍ਹਾ अंडर रूट जी अपॉन एल इज इक्वल टू 2 पाई अपॉन टी ठीक है टी उधर ले जाओ इनू उधर ले जाओ रेसिप्रोकल हो जाएगा उधर जाके आंसर की बन गया 2 पाई अंडर रूट एल अपॉन अंडर रूट एल अपॉन जी आहा अपने को टाइम पीरियड निकलिया है किदा सिंपल पेंडुलम दा टाइम पीरियड ऑफ सिंपल पेंडुलम इत्थे खत्म है टाइम पीरियड ऑफ पेपर च आंदा हुंदा है कि प्रूफ करो कि भी ਇਹਦੇ ਕੋਲ ਸਿੰਪਲ ਹਾਰਮੋਨਿਕ ਮੋਸ਼ਨ ਹੈ ਤੇ ਇਹਦਾ ਟਾਈਮ ਪੀਰੀਅਡ ਵੀ ਫਾਈਂਡ ਕਰੋ ਪੂਰੇ ਖਤਮ ਕਰਕੇ ਆਣਾ ਆਰਟੀਕਲ ਤੁਸੀਂ ਲੋ ਵੀ ਇੱਥੇ ਖਤਮ ਹੈ ਪੈਂਡੂਲਮ ਲੱਗ ਗਿਆ ਮਨਿੰਦਰ ਸਾਰਾ ਪਤਾ हाँ जी ਬਾਕੀ ਤੁਹਾਨੂੰ ਪਤਾ ਕਿ ਨਹੀਂ ਪਰ ਉਰੇ ਇੱਕ ਲਾਈਨ ਜ਼ਰੂਰ ਲਿਖ ਦਿਓ ਵੀ ਨਾਓ ਡੈਟ करो सोल्व हो गया कर लिया हाँ चलो भी हुण एक चीज नवी है होर विभूति कर लिया उरे तक गुरकमल हाँ जी चलो भी अगे डिस्कशन पाओ जी
डिस्कशन पाओ ने दी डिस्कशन नंबर फर्स्ट सुनो हुण ध्यान नाल डिस्कशन नंबर फर्स्ट क्या है कहंदे जेड़ा तुसी आह बॉब बन्निया होया ना तुसी देखिया होना बॉब उपर एक इहो जी सरफेस नाल बन्निया होया कहंदे जेड़ा सरफेस है ठीक है आ एक एलीवेटर है एलीवेटर मतलब लिफ्ट ਨੂੰ ਵੀ ਕਹਿ ਦਿੰਦੇ ਆਪਾਂ ਆ ਇੱਕ ਐਲੀਵੇਟਰ ਹੈ ਤੇ ਉਹ ਐਲੀਵੇਟਰ ਉੱਪਰ ਨੂੰ ਮੂਵ ਕਰ ਰਿਹਾ ਹੈ ਕਿੱਧਰ ਨੂੰ ਮੂਵ ਕਰ ਰਿਹਾ ਹੈ ਉੱਪਰ ਨੂੰ मतलब अपवर्ड ठीक है विद एक्सेलरेशन a कहते जेड़ा तुसी बॉब है वो किधर नाल बन्निया होया एक एलीवेटर नाल ते एलीवेटर क्या है ऊपर नु मूव कर रहा है किधर नु मूव कर रहा है ऊपर नु विद द एक्सेलरेशन a तां ओदा टाइम पीरियड की होगा 2 पाई अंडर रूट l अपॉन g प्लस a प्लस होया ना a याद रखना है की होया ना प्लस a आह होगा टाइम पीरियड याद रखना है एक नंबर दे विच कॉन्सेप्चुअल क्वेश्चन च आऊगा ਤੁਹਾਨੂੰ ਆਪਸ਼ਨ ਆ ਜਾਣਗੀਆਂ ਤੇ ਕਈ ਹੁੰਦੇ ਨੇ ਜਿਹਨਾਂ ਨੂੰ ਫਿਜ਼ਿਕਸ ਜ਼ਿਆਦਾ ਆ ਜਾਂਦੀ ਹੈ ਮੂੰਹ ਚੱਕ ਕੇ ਇਹਨੂੰ ਹੀ ਟਿਕ ਕਰ ਆਣਗੇ ਕਿ ਵੀ ਆ ਹੁੰਦਾ ਪੈਂਡੂਲਮ ਦਾ ਪਰ ਉੱਥੇ ਪੜ੍ਹ ਲਿਓ ਉੱਥੇ ਲਿਖਿਆ ਹੋਇਆ ਨਾ ਜੇ ਐਲੀਵੇਟਰ ਉੱਪਰ ਨੂੰ ਮੂਵ ਕਰ ਰਿਹਾ ਹੈ ਵਿਦ ਐਕਸਲਰੇਸ਼ਨ a ਤਾਂ ਫਿਰ ਆ ਫਾਰਮੂਲਾ ਹੋਊਗਾ ਮਨਿੰਦਰ ਯਾਦ ਰਹੂਗਾ ਵਿਭੂਤੀ ਗੁਰਕਮਲ ਹਾਂਜੀ ਉੱਥੇ ਤਾਂ ਫਿਕਸ ਸੀਗਾ ਉਰੇ ਫਿਕਸ ਨਹੀਂ ਹੈਗਾ ਉੱਪਰ ਨੂੰ ਮੂਵ ਕਰ ਰਿਹਾ ਹੈ ਲਿਖੋ ਫਿਰ ਇਹਦਾ ਡਿਸਕਸ਼ਨ ਨੰਬਰ फर्स्ट डिस्कशन लिखो फर्स्ट व्हेन सिंपल पेंडुलम इज फिक्स्ड टू व्हेन सिंपल पेंडुलम इज फिक्स्ड टू सीलिंग ऑफ एन एलिवेटर सीलिंग ऑफ एन एलिवेटर which is accelerating upward with constant acceleration a then gravity becomes g plus a फिर बता लिख दो आंसर फिर टाइम पीरियड की होगा लिख दो इनू फिर लिख लिया मनिंदर लिख लिया हाँ जी ਹੁਣ दूसरी डिस्कशन क्या है जे एलिवेटर ऊपर नु नहीं नीचे नु मूव कर रहा है एलिवेटर मूव्स डाउनवर्ड्स ਤਾਂ ਫਿਰ g plus a ਦੀ ਜਗ੍ਹਾ क्या आ जाऊगा g minus a माइनस G minus A लिखो फिर सेकंड डिस्कशन यदि लास्ट डिस्कशन है if simple pendulum is fixed to ceiling of elevator which is accelerating downwards with constant acceleration a the effective gravity becomes g minus a and the time period of simple pendulum can be written as फिर आ लिख दो तो दो ही ने बस ਇਹਨਾਂ ਦੀ ਇਹਦੀ ਕਿਹੜੀਆਂ ਦੋ ਹੀ ਨੇ ਬਸ ਦੋ ਡਿਸਕਸ਼ਨ ਨੇ ਮਤਲਬ ਆਰਟੀਕਲ ਦਾ ਉੱਥੇ ਹੀ ਖਤਮ ਹੋ ਗਿਆ ਸੀ ਤੁਹਾਡਾ ਅੱਗੇ ਮੈਂ ਸਪੈਸ਼ਲ ਕੇਸ ਕਰਵਾਤਾ ਤੁਹਾਨੂੰ ਦੋ ਪੇਪਰ ਦੇ ਜੇ ਪੁੱਛ ਲਿਆ ਤਾਂ ਉਰੇ ਤੱਕ ਪ੍ਰੂਫ ਕਰਕੇ ਆਇਓ ਤੁਸੀਂ ਦੇਖ ਲਿਓ ਕੁਐਸਚਨ ਕਿਵੇਂ ਆ ਰਿਹਾ ਹੈ ਫਿਰ ਤੁਸੀਂ ਯਾਰ ਦੇਖ ਲੈਣਾ ਕੁਐਸਚਨ ਕਿਵੇਂ ਆ ਰਿਹਾ ਹੈ
एक तीसरी डिस्कशन भी लिखी लो तुसी थर्ड पता नहीं पेपर के कुछ गलत पा देना थर्ड डिस्कशन कहते जेड़ा थोड़ा बॉब है ਉਹ ਜੇਕਰ मूविंग कार ਦੇ ਨਾਲ ਬੰਨਿਆ ਹੋਵੇ ਕਿਹਦੇ ਨਾਲ ਬੰਨਿਆ ਹੋਵੇ मूविंग कार ਦੇ ਨਾਲ उस केस ਦੇ ਵਿੱਚ ਇਫੈਕਟਿਵ ਗ੍ਰੈਵਿਟੀ क्या होगी ਉਹਨਾਂ ਨੇ ਹਾਈਪੋਟੇਨਿਊਸ ਬੇਸ ਮੰਨ ਕੇ ਆ ਆਨਸਰ ਕੱਢਤਾ ਇਫੈਕਟਿਵ ਗ੍ਰੈਵਿਟੀ g² + a² याद रखियो ਤੁਸੀਂ ਕਹੋਗੇ ਆ ਕਿਵੇਂ ਆਇਆ ਉਹ ਤਾਂ ਗੱਡੀ ਦੇ ਪਿੱਛੇ ਬਣਤਾ ਉਹ ਉੱਥੇ ਪਾਇਥਾਗੋਰਸ ਲਾਤੀ ਤਾਂ ਆ ਆਨਸਰ ਆ ਗਿਆ ठीक है तो फिर टाइम पीरियड की होगा 2 पाई L अपॉन √g² + a² बस लास्ट आह ये तो बद के तिना केसां कोई नहीं आ सकता फिर मतलब ये तो बाद नहीं आ सकता कोई होर केस लास्ट केस क्या है जे थोड़ा बॉब किहदे नाल बन्निया होवे मूविंग कार नाल तां उस केस च ग्रेविटी क्या हो जूगी g² + a² ओहदा √ ते टाइम पीरियड आ होगा लिख लो फिर if bob is fixed to moving car moving with horizontal acceleration moving with horizontal acceleration a in this case effective gravity becomes √g² + a². लिख लिया एंड टाइम पीरियड ऑफ सिंपल पेंडुलम फिर आ लिख दो लास्ट इत्थे खत्म लिख लिया विभूति इत्थे बुत पेंडुलम थोड़ा सारा खत्म है हुण सिंपल पेंडुलम थोड़ा खत्म मोस्ट इंपोर्टेंट टॉपिक है इस ऑसिलेशन दा सिंपल पेंडुलम सब कुछ करके आना पेपर में कोई भी क्वेश्चन बन सकता है ये न्यूमेरिकल भी करांगे आपां मतलब कि आर्टिकल खत्म हो गया अपना मनिंदर लग गया पता सारा तेनों मनिंदर गुरकमल चलो भी नैक्सट हम कल आप अगे करा एग्जाम्पल्स होर अजे जी 2-3 एग्जाम्पल्स होर ने SHM दियाँ पहली एग्जाम्पल हुई है सिंपल पेंडुलम नाल दी नाल पढ़ी जाओ पहले ही दसता सब तो कंपलैक्स यूनिट आह